ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਰਮੇਸ਼ ਸੰਘਾ ਨਹੀਂ ਰਹੇ ਲਿਬਰਲ ਕਾਕਸ ਦਾ ਹਿੱਸਾ, ਸੰਘਾ ਨੂੰ ਦਿਖਾਇਆ ਬਾਹਰ ਦਾ ਰਸਤਾ। ਕੈਨੇਡਾ ਆਉਣ ਵਾਲਿਆਂ ਦੇ ਲਈ 2021 ਹੈ ਖਾਸ, ਸੁਣੋ ਕੀ ਕਿਹਾ ਇਮੀਗ੍ਰੇਸ਼ਨ ਮੰਤਰੀ ਨੇ। ਓਨਟਾਰੀਓ ਦੇ ਵਿੱਚ ਕੋਰੋਨਾ ਕਾਰਨ ਫਿਰ ਸਖਤੀ, 14 ਹੋਰ ਦਿਨਾਂ ਦੇ ਲਈ ਸਟੇ ਐਟ ਹੋਮ ਦੇ ਨਿਯਮ ਲਾਗੂ। ਇੱਕ ਗੋਲੀ ਕਰੇਗੀ ਕੋਰੋਨਾ ਦਾ ਖਾਤਮਾ, ਕਿਬੈਕ ਦੇ ਪ੍ਰੀਮੀਅਰ ਨੇ ਦਿੱਤੀ ਜਾਣਕਾਰੀ। ਬਾਈਡਨ ਨੇ ਉਡਾਨਾਂ ਦੇ ਬਾਰੇ ਲਿਆ ਫੈਸਲਾ, ਲਗਾਈ ਅਮਰੀਕਾ ਆਉਣ ਵਾਲੀਆਂ ਉਡਾਨਾਂ ਦੇ ਉੱਪਰ ਰੋਕ। 9 ਸਾਲ ਦੀ ਬੱਚੀ ਨੇ ਡਾਂਸ ਕਲਾਸ ਖੋਲ੍ਹਣ ਦੀ ਕੀਤੀ ਮੰਗ, ਵੀਡੀਓ ਮਿੰਟਾਂ ਦੇ ਵਿੱਚ ਹੋਈ ਵਾਇਰਲ। ਬ੍ਰੈਂਪਟਨ ਤੋਂ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਲਿਬਰਲ ਕਾਕਸ ਦਾ ਹਿੱਸਾ ਨਹੀਂ ਰਹੇ, ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਅਜਿਹਾ ਇਸ ਕਰਕੇ ਕਿਉਂਕਿ ਉਹਨਾਂ ਵੱਲੋਂ ਜੋ ਬੇਸਲੈਸ ਅਤੇ ਖਤਰਨਾਕ ਕਲੇਮਸ ਕੀਤੇ ਜਾ ਰਹੇ ਸਨ। ਇਹ ਜਾਣਕਾਰੀ ਗਵਰਨਮੈਂਟ ਵੈਬ ਵੱਲੋਂ ਜਾਰੀ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਦੱਸਿਆ ਕਿ ਪਿਛਲੇ ਹਫ਼ਤੇ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਉਹਨਾਂ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ, ਜਾਣੀ ਕਿ ਰਮੇਸ਼ ਸੰਘਾ ਵੱਲੋਂ ਆਪਣੇ ਕੋਲੀਗਸ ਦੇ ਲਈ ਅਜਿਹਾ ਕੀਤਾ ਜਾ ਰਿਹਾ, ਜਿਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਉਹਨਾਂ ਨੂੰ ਹਟਾਇਆ ਜਾਵੇਗਾ। ਖਬਰ ਕੈਨੇਡਾ ਦੀ ਸਿਆਸਤ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ। ਬ੍ਰੈਂਪਟਨ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਉਹਨਾਂ ਨੂੰ ਲਿਬਰਲ ਕਾਕਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ, ਜਿਸ ਦਾ ਕਾਰਨ ਹੈ ਬੇਸਲੈਸ ਅਤੇ ਖਤਰਨਾਕ ਕਲੇਮ ਜੋ ਉਹਨਾਂ ਵੱਲੋਂ ਕੀਤੇ ਜਾ ਰਹੇ ਸਨ। ਸੰਘਾ ਸਾਬਕਾ ਵਕੀਲ ਹਨ, ਜੋ ਕਿ 2015 ਦੇ ਵਿੱਚ ਪਹਿਲੀ ਵਾਰ ਚੋਣ ਜਿੱਤ ਕੇ ਚੁਣੇ ਗਏ ਸਨ। ਸੰਘਾ ਨੂੰ ਲਿਬਰਲ ਕਾਕਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਹੈ। ਇਸ ਦੀ ਜਾਣਕਾਰੀ ਚੀਫ ਗਵਰਨਮੈਂਟ ਵਿਪ ਮਾਰਕ ਹਾਲੈਂਡ ਨੇ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਪਿਛਲੇ ਹਫ਼ਤੇ ਇਹ ਜਾਣਕਾਰੀ ਉਹਨਾਂ ਨੂੰ ਮਿਲੀ ਸੀ ਕਿ ਆਪਣੇ ਕੋਲੀਗਸ ਦੇ ਖਿਲਾਫ ਸੰਘਾ ਬੇਸਲੈਸ ਅਤੇ ਖਤਰਨਾਕ ਕਲੇਮ ਕਰ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਸੰਘਾ ਨੂੰ ਹਟਾਇਆ ਜਾਵੇਗਾ। ਇਹ ਜਾਣਕਾਰੀ ਵੀ ਹਾਲੈਂਡ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਇਹ ਗੱਲ ਕਹੀ ਗਈ ਸੀ ਤੇ ਇੱਕ ਵਾਰ ਫਿਰ ਤੋਂ ਦੁਹਰਾਇਆ ਜਾ ਰਿਹਾ ਹੈ ਕਿ ਅਜਿਹੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੋ ਸੰਘਾ ਵੱਲੋਂ ਕੀਤਾ ਗਿਆ ਹੈ, ਉਸ ਦੇ ਚੱਲਦਿਆਂ ਹੁਣ ਉਹਨਾਂ ਨੂੰ ਕਾਕਸ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। 2021 ਵਰਾ ਕੈਨੇਡਾ ਦੇ ਵਿੱਚ ਇਮੀਗ੍ਰੈਂਟਸ ਦੇ ਲਈ, ਜਾਣੀ ਕਿ ਪ੍ਰਵਾਸੀਆਂ ਦੇ ਲਈ ਜੋ ਕੈਨੇਡਾ ਜਾਣ ਦੇ ਚਾਹਵਾਨ ਹਨ, ਉਹਨਾਂ ਦੇ ਵਾਸਤੇ ਖਾਸ ਹੋਣ ਵਾਲਾ ਹੈ। ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ, ਜਿਸ ਦੇ ਵਿੱਚ ਉਹਨਾਂ ਨੇ ਵੱਖ-ਵੱਖ ਪਾਲਿਸੀਜ਼ ਅਤੇ ਵੱਖ-ਵੱਖ ਪਲਾਨਸ ਦੇ ਬਾਰੇ ਵਿੱਚ ਗੱਲਬਾਤ ਕੀਤੀ ਹੈ। ਉਹਨਾਂ ਇਮੀਗ੍ਰੇਸ਼ਨ ਲੈਵਲਸ ਪਲਾਨ ਬਾਰੇ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੈਨੇਡਾ ਚਾਹੁੰਦਾ ਤਾਂ ਕੋਵਿਡ-19 ਦੇ ਦੌਰਾਨ ਜੋ ਇਮੀਗ੍ਰੈਂਟਸ ਨੇ, ਪ੍ਰਵਾਸੀ ਹਨ, ਉਹਨਾਂ ਦੇ ਆਉਣ ਦੇ ਉੱਪਰ ਰੋਕ ਵੀ ਲਗਾ ਸਕਦਾ ਸੀ, ਇਮੀਗ੍ਰੇਸ਼ਨ ਨੂੰ ਹੌਲੀ ਵੀ ਕਰ ਸਕਦਾ ਸੀ, ਪੌਜ਼ ਵੀ ਕਰ ਸਕਦਾ ਸੀ, ਪਰ ਫਿਰ ਵੀ ਉਹਨਾਂ ਵੱਲੋਂ ਵੱਧ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕਰਨ ਦਾ ਟੀਚਾ ਰੱਖਿਆ ਗਿਆ। ਉਹਨਾਂ ਨੇ ਕਿਹਾ ਕਿ ਫੈਡਰਲ ਸਰਕਾਰ ਕੋਵਿਡ ਦੌਰਾਨ ਵੀ ਇਮੀਗ੍ਰੇਸ਼ਨ ਦੇ ਲਈ ਕਾਫੀ ਕੁਝ ਕਰ ਰਹੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੇਸੀਨੋ ਵੱਲੋਂ ਹਾਲ ਹੀ ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੇ ਇਨਸਾਈਟਸ ਸਾਂਝੇ ਕੀਤੇ ਗਏ ਹਨ। ਉਹਨਾਂ ਵੱਲੋਂ ਕਈ ਇਮੀਗ੍ਰੇਸ਼ਨ ਟੌਪਿਕਸ ਦੇ ਉੱਪਰ ਗੱਲਬਾਤ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਕੋਵਿਡ ਦੇ ਦੌਰਾਨ ਵੀ ਇਮੀਗ੍ਰੇਸ਼ਨ ਵਾਸਤੇ ਫੈਡਰਲ ਸਰਕਾਰ ਕੀ ਕਰ ਰਹੀ ਹੈ। ਮਾਰਕੋ ਨੇ ਇਮੀਗ੍ਰੇਸ਼ਨ ਲੈਵਲਸ ਪਲਾਨ 2021 ਤੋਂ 2023 ਕੈਨੇਡੀਅਨ ਸਿਟੀਜ਼ਨਸ਼ਿਪ ਅਤੇ ਮਿਊਨਿਸਪਲ ਨੋਮੀਨੀ ਪ੍ਰੋਗਰਾਮ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਮੀਗ੍ਰੇਸ਼ਨ ਲੈਵਲਸ ਪਲਾਨ ਬਾਰੇ ਵਿੱਚ ਬੋਲਦਿਆਂ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਕੋਲ ਆਪਸ਼ਨ ਸੀ ਕਿ ਉਹ ਕੋਵਿਡ ਦੇ ਕਾਰਨ ਇਮੀਗ੍ਰੇਸ਼ਨ ਘੱਟ ਜਾਂ ਫਿਰ ਬੰਦ, ਜਾਣੀ ਕਿ ਪੌਜ਼ ਕਰ ਸਕਦੀ ਸੀ, ਪਰ ਉਹਨਾਂ ਵੱਲੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਦੱਸ ਦਈਏ ਕਿ ਕੈਨੇਡਾ ਨੇ ਆਪਣੇ ਨਵੇਂ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਇਹ ਟੀਚਾ ਰੱਖਿਆ ਹੈ ਕਿ ਸਾਲਾਨਾ 4 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇ। ਕੋਰੋਨਾ ਪੈਂਡੇਮਿਕ ਦੇ ਦੌਰਾਨ ਵੀ ਕਈ ਐਕਸਪ੍ਰੈਸ ਐਂਟਰੀ ਅਤੇ ਪ੍ਰੋਵਿੰਸ਼ੀਅਲ ਡਰਾਅ ਕੱਢੇ ਗਏ ਹਨ, ਜਿਸ ਦੇ ਤਹਿਤ ਜ਼ਿਆਦਾ ਉਮੀਦਵਾਰਾਂ ਨੂੰ ਸੱਦੇ ਵੀ ਦਿੱਤੇ ਗਏ। ਕੈਨੇਡੀਅਨ ਸਿਟੀਜ਼ਨਸ਼ਿਪ ਦੇ ਬਾਰੇ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਦੇ ਉੱਪਰ ਕੰਮ ਚੱਲ ਰਿਹਾ ਹੈ। ਐਲੀਜੀਬਲ ਪੀਆਰ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਕਿ ਉਹ ਆਪਣੀ ਕੈਨੇਡੀਅਨ ਸਿਟੀਜ਼ਨਸ਼ਿਪ ਐਪਲੀਕੇਸ਼ਨ ਆਨਲਾਈਨ ਭਰਨ। ਇਸ ਦੇ ਬਾਰੇ ਵਿੱਚ ਉਹਨਾਂ ਨੇ ਵੱਖ-ਵੱਖ ਪਾਲਿਸੀਜ਼ ਅਤੇ ਪਲਾਨ ਦੇ ਬਾਰੇ ਦੇ ਵਿੱਚ ਵੀ ਗੱਲਬਾਤ ਕੀਤੀ ਹੈ। ਓਨਟਾਰੀਓ ਦੇ ਵਿੱਚ ਸਟੇਟ ਆਫ ਐਮਰਜੈਂਸੀ ਅਤੇ ਸਟੇ ਐਟ ਹੋਮ ਦੇ ਨਿਯਮ, ਜਾਣੀ ਕਿ ਰੂਲਸ ਜਾਂ ਫਿਰ ਕਹਿ ਲਈਏ ਕਿ ਆਰਡਰਸ ਜਾਰੀ ਕੀਤੇ ਗਏ ਸਨ।
ਪਰ ਦੱਸ ਦਈਏ ਕਿ ਓਨਟਾਰੀਓ ਤੋਂ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਪ੍ਰੀਮੀਅਰ ਡਗ ਫੋਰਡ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਅਗਲੇ ਹੋਰ 14 ਦਿਨਾਂ ਤੱਕ ਸਟੇ ਐਟ ਹੋਮ ਦੇ ਆਰਡਰ ਅਤੇ ਸਟੇਟ ਆਫ ਐਮਰਜੈਂਸੀ ਜਾਰੀ ਰਹੇਗੀ। ਜੇਕਰ ਨਾ ਅੱਜ ਐਲਾਨ ਕੀਤਾ ਜਾਂਦਾ ਤਾਂ ਫਿਰ ਆਪਣੇ ਆਪ ਜੋ ਪਹਿਲੇ ਨਿਯਮ ਸੀ ਉਹ ਐਕਸਪਾਇਰ ਹੋ ਜਾਣੇ ਸੀ, ਪਰ ਅੱਜ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਇੱਥੇ ਹੁਣ ਜੋ ਇਸ ਸਮੇਂ ਨਿਯਮਾਂ ਦੀ ਪਾਲਣਾ ਲੋਕਾਂ ਨੂੰ ਕਰਨੀ ਪੈ ਰਹੀ ਸੀ ਉਹ ਅਗਲੇ 14 ਦਿਨਾਂ ਤੱਕ ਵੀ ਕਰਨੀ ਪਵੇਗੀ। ਓਨਟਾਰੀਓ ਦੇ ਵਿੱਚ ਸਟੇਟ ਆਫ ਐਮਰਜੈਂਸੀ ਅਤੇ ਸਟੇ ਐਟ ਹੋਮ ਦੇ ਆਰਡਰਸ ਹੋਰ 14 ਦਿਨਾਂ ਦੇ ਲਈ ਵਧਾ ਦਿੱਤੇ ਗਏ ਹਨ। ਇਸ ਦਾ ਮਤਲਬ ਹੈ ਕਿ ਇਹਨਾਂ ਨਿਯਮਾਂ ਦਾ ਪਾਲਣ ਹੋਰ 14 ਦਿਨਾਂ ਤੱਕ ਓਨਟਾਰੀਓ ਵਾਸੀਆਂ ਨੂੰ ਕਰਨਾ ਪਵੇਗਾ। ਜਨਵਰੀ 12 ਨੂੰ ਸਿਵਲ ਪ੍ਰੋਟੈਕਸ਼ਨ ਐਕਟ ਦੇ ਅਧੀਨ ਸਟੇਟ ਆਫ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ ਅਤੇ ਫਰਵਰੀ 9 ਨੂੰ ਸਟੇ ਐਟ ਹੋਮ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਦਾ ਐਲਾਨ ਖੁਦ ਪ੍ਰੀਮੀਅਰ ਡਗ ਫੋਰਡ ਵੱਲੋਂ ਕੀਤਾ ਗਿਆ ਸੀ, ਜਿਸ ਵਿੱਚ ਉਹਨਾਂ ਕਿਹਾ ਸੀ ਕਿ ਇਹ ਰੂਲਸ 28 ਦਿਨਾਂ ਤੱਕ ਲਾਗੂ ਰਹਿਣਗੇ। ਜੇਕਰ ਇਹਨਾਂ ਆਰਡਰਸ ਨੂੰ ਐਕਸਟੈਂਡ ਨਾ ਕੀਤਾ ਜਾਂਦਾ ਤੇ ਫਿਰ ਇਹ ਟਿਊਜ਼ਡੇ ਨੂੰ ਜਾਣੀ ਕਿ ਮੰਗਲਵਾਰ ਨੂੰ ਆਪਣੇ ਆਪ ਐਕਸਪਾਇਰ ਹੋ ਜਾਣੇ ਸਨ। ਜੋ ਪ੍ਰੋਵਿੰਸ ਦੇ ਵਿੱਚ ਤੇ ਪੂਰੇ ਵਿਸ਼ਵ ਦੇ ਵਿੱਚ ਕੋਵਿਡ-19 ਦੀ ਸਥਿਤੀ ਹੈ ਉਸ ਸਭ ਨੂੰ ਦੇਖਦਿਆਂ ਪ੍ਰੋਵਿੰਸ ਦੇ ਵਿੱਚ ਸਖਤੀ ਕੀਤੀ ਗਈ ਸੀ। ਹਾਲਾਤਾਂ ਨੂੰ ਦੇਖਦਿਆਂ ਪ੍ਰੀਮੀਅਰ ਡਗ ਫੋਰਡ ਵੱਲੋਂ ਇੱਥੇ ਸਟੇਟ ਆਫ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਹੁਕਮਾਂ ਦੇ ਤਹਿਤ ਆਊਟਡੋਰ ਗੈਦਰਿੰਗ ਅਤੇ ਸੋਸ਼ਲ ਗੈਦਰਿੰਗ ਦੇ ਵਿੱਚ ਸਿਰਫ 5 ਜਾਣੇ ਹੀ ਇਕੱਠੇ ਹੋ ਸਕਦੇ ਸਨ। ਦਸੰਬਰ 26 ਨੂੰ ਪ੍ਰੀਮੀਅਰ ਡਗ ਫੋਰਡ ਨੇ ਪੂਰੇ ਪ੍ਰੋਵਿੰਸ ਦੇ ਵਿੱਚ ਲਾਕਡਾਊਨ ਲਗਾ ਦਿੱਤਾ ਗਿਆ ਸੀ। ਸਾਰੇ ਨਾਨ ਐਸੈਂਸ਼ੀਅਲ ਬਿਜ਼ਨਸ ਬੰਦ ਰੱਖਣ ਦੇ ਲਈ ਕਿਹਾ ਗਿਆ ਸੀ। ਉਹਨਾਂ ਕਿਹਾ ਸੀ ਕਿ ਕੋਈ ਵੀ ਬੰਦਾ ਰੈਸਟੋਰੈਂਟ ਦੇ ਵਿੱਚ ਜਾਂ ਫਿਰ ਬਾਰ ਦੇ ਵਿੱਚ ਬੈਠ ਕੇ ਨਹੀਂ ਖਾ ਸਕਦਾ, ਕਿਉਂਕਿ ਇਸ ਸਮੇਂ ਓਨਟਾਰੀਓ ਦੇ ਵਿੱਚ ਜਾਣੀ ਕਿ ਪ੍ਰੋਵਿੰਸ ਦੇ ਵਿੱਚ ਕੋਵਿਡ-19 ਵਾਇਰਸ ਦੀ ਸੈਕੰਡ ਵੇਵ ਦਾ ਕਾਫੀ ਵੱਧ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਵੱਖ-ਵੱਖ ਦੇਸ਼ਾਂ ਦੇ ਵਿੱਚ ਕੋਵਿਡ-19 ਤੋਂ ਬਚਾਅ ਦੇ ਲਈ ਤੇ ਇਸ ਨੂੰ ਖਤਮ ਕਰਨ ਦੇ ਲਈ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਿਊਬੈਕ ਦੇ ਰਿਸਰਚਰਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਨੇ ਇੱਕ ਗੋਲੀ ਦੀ ਜਾਣੀ ਕਿ ਇੱਕ ਟੈਬਲੇਟ ਦੀ ਖੋਜ ਕੀਤੀ ਹੈ, ਜਿਸ ਦੇ ਨਾਲ ਕੋਵਿਡ-19 ਵਾਇਰਸ ਖਤਮ ਹੋ ਜਾਏਗਾ। ਉਹਨਾਂ ਦਾਅਵਾ ਕੀਤਾ ਹੈ ਕਿ ਇਸ ਦੇ ਨਾਲ ਹਸਪਤਾਲ ਦੇ ਵਿੱਚ ਜੋ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਉਹ ਵੀ ਘਟੇਗੀ। ਕਿਊਬੈਕ ਦੇ ਪ੍ਰੀਮੀਅਰ ਵੱਲੋਂ ਖੁਦ ਇਸ ਦੀ ਜਾਣਕਾਰੀ ਦਿੱਤੀ ਗਈ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹ ਬਹੁਤ ਵੱਡੀ ਖਬਰ ਹੈ। ਜਿੱਥੇ ਇੱਕ ਪਾਸੇ ਵੱਖ-ਵੱਖ ਦੇਸ਼ਾਂ ਦੇ ਵਿੱਚ ਕੋਵਿਡ-19 ਵੈਕਸੀਨੇਸ਼ਨ ਚੱਲ ਰਹੀ ਹੈ, ਅਜਿਹੇ ਦੇ ਵਿੱਚ ਕਿਊਬੈਕ ਦੇ ਰਿਸਰਚਰਸ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਕੋਰੋਨਾ ਦੇ ਖਿਲਾਫ ਅਸਰਦਾਰ ਦਵਾਈ ਮਿਲ ਗਈ ਹੈ। ਇਹ ਦਾਅਵਾ ਕੀਤਾ ਗਿਆ ਹੈ ਮੌਂਟਰੀਅਲ ਹਾਰਟ ਇੰਸਟੀਚਿਊਟ ਦੀ ਟੀਮ ਨੇ, ਜਿਨ੍ਹਾਂ ਓਰਲ ਟੈਬਲੇਟ ਦੀ ਕੋਵਿਡ ਖਿਲਾਫ ਰਿਸਰਚ ਕੀਤੀ ਹੈ। ਇਹ ਜੋ ਸਟੱਡੀ ਕੀਤੀ ਗਈ ਹੈ ਇਸ ਦੇ ਮੁਖੀ ਡਾਕਟਰ ਜੀਨ ਸਨ, ਜਿਨ੍ਹਾਂ ਵੱਲੋਂ ਇਸ ਖੋਜ ਨੂੰ ਵੱਡੀ ਖੋਜ ਦੱਸਿਆ ਗਿਆ ਹੈ। ਇਸ ਸਟੱਡੀ ਦੇ ਵਿੱਚ 4159 ਮਰੀਜ਼ ਸ਼ਾਮਲ ਸਨ, ਜਿਨ੍ਹਾਂ ਨੂੰ ਕੋਵਿਡ ਵਾਇਰਸ ਹੋਇਆ ਸੀ। ਦਾਅਵਾ ਇਹ ਵੀ ਕੀਤਾ ਗਿਆ ਹੈ ਕਿ ਇਸ ਦਵਾਈ ਦੇ ਨਾਲ ਹਸਪਤਾਲਾਂ ਦੇ ਵਿੱਚ ਜੋ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਉਸ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਮਰੀਜ਼ਾਂ ਦੀ ਤੇਜ਼ੀ ਦੇ ਨਾਲ ਰਿਕਵਰੀ ਹੋਵੇਗੀ, ਜਾਣੀ ਕਿ ਇਸ ਟੈਬਲੇਟ ਦੇ ਨਾਲ ਮਰੀਜ਼ ਛੇਤੀ ਦੇ ਨਾਲ ਇਸ ਵਾਇਰਸ ਤੋਂ ਠੀਕ ਹੋਣਗੇ। ਕੋਲਚਾਸੀਨ ਇਸ ਗੋਲੀ ਦਾ ਨਾਮ ਹੈ ਜੋ 100 ਸਾਲਾਂ ਤੋਂ ਵਰਤੀ ਜਾਂਦੀ ਹੈ। ਇਸ ਦੀ ਜਾਣਕਾਰੀ ਕਿਊਬੈਕ ਦੇ ਪ੍ਰੀਮੀਅਰ ਨੇ ਵੀ ਸਾਂਝੀ ਕੀਤੀ ਹੈ। ਇਸ ਜਾਣਕਾਰੀ ਨੂੰ ਸਾਂਝੀ ਕਰਦਿਆਂ ਉਹਨਾਂ ਨੇ ਇਸ ਨੂੰ ਇੱਕ ਵੱਡੀ ਖਬਰ ਦੱਸਿਆ ਹੈ। ਹੁਣ ਦੇਖਣਾ ਹੋਵੇਗਾ ਕਿ ਜਿੱਥੇ ਵੱਖ-ਵੱਖ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਵਿਡ ਖਿਲਾਫ ਉਹਨਾਂ ਦਾ ਵੈਕਸੀਨ ਜਾਣੀ ਕਿ ਟੀਕਾ ਅਸਰਦਾਰ ਹੈ, ਉੱਥੇ ਇਹ ਜੋ ਨਵੀਂ ਗੋਲੀ ਦੀ ਜਾਣੀ ਕਿ ਟੈਬਲੇਟ ਦੀ ਖੋਜ ਕੀਤੀ ਗਈ ਹੈ, ਇਹ ਕਿੰਨੀ ਫੀਸਦੀ ਅਸਰਦਾਰ ਹੁੰਦੀ ਹੈ ਉਹਨਾਂ ਮਰੀਜ਼ਾਂ ਦੇ ਉੱਪਰ ਜੋ ਕੋਰੋਨਾ ਵਾਇਰਸ ਦੇ ਨਾਲ ਜੂਝ ਰਹੇ ਨੇ। ਇੱਕ 9 ਸਾਲ ਦੀ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਬੱਚੀ ਅਲਬਰਟਾ ਸਰਕਾਰ ਨੂੰ ਅਪੀਲ ਕਰ ਰਹੀ ਹੈ ਕਿ ਡਾਂਸ ਕਲਾਸ ਨੂੰ ਖੋਲ੍ਹਿਆ ਜਾਵੇ। ਇਸ ਦੇ ਲਈ ਇਹ ਵੀਡੀਓ ਜੋ ਬਣਾਈ ਗਈ ਹੈ ਬੱਚੀ ਵੱਲੋਂ, ਉਸ ਨੂੰ ਕਾਫੀ ਜ਼ਿਆਦਾ ਲੋਕਾਂ ਨੇ ਦੇਖਿਆ ਹੈ ਤੇ ਇਸ ਨੂੰ ਅੱਗੇ ਦੀ ਅੱਗੇ ਸਾਂਝਾ ਵੀ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਨਵੰਬਰ ਮਹੀਨੇ ਤੋਂ ਡਾਂਸ ਕਲਾਸ ਬੰਦ ਕੀਤੀ ਗਈ ਹੈ, ਪਰ ਜੇਕਰ ਡਾਂਸ ਕਲਾਸ ਦੇ ਜੋ ਓਨਰ ਨੇ ਇਸ ਨੂੰ ਚਲਾਉਣ ਵਾਲੇ ਉਹਨਾਂ ਦੀ ਮੰਨੀਏ ਤਾਂ ਉਹਨਾਂ ਨੇ ਕਿਹਾ ਹੈ ਕਿ ਇੱਕ ਵੀ ਮਾਮਲਾ ਹੁਣ ਤੱਕ ਇਸ ਵਾਇਰਸ ਦੇ ਨਾਲ ਸੰਬੰਧਿਤ ਡਾਂਸ ਕਲਾਸ ਦੇ ਵਿੱਚੋਂ ਨਹੀਂ ਪਾਇਆ ਗਿਆ। ਉਧਰ ਜੇਕਰ ਅਸੀਂ ਪ੍ਰੋਵਿੰਸ ਦੀ ਗੱਲ ਕਰੀਏ ਤਾਂ ਉੱਥੇ ਸਖਤੀਆਂ ਕੀਤੀਆਂ ਗਈਆਂ ਨੇ ਕੋਵਿਡ-19 ਵਾਇਰਸ ਦੀ ਜੋ ਮੌਜੂਦਾ ਸਥਿਤੀ ਹੈ ਉਸ ਨੂੰ ਦੇਖਦੇ ਹਾਂ। ਇੱਕ 9 ਸਾਲ ਦੀ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹ ਐਲਬਰਟਾ ਸਰਕਾਰ ਤੋਂ ਡਾਂਸ ਸਟੂਡੀਓ ਖੁਲਵਾਉਣ ਦੀ ਮੰਗ ਕਰ ਰਹੀ ਹੈ। ਇਸ ਵੀਡੀਓ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਐਲਬਰਟਾ ਦੇ ਵਿੱਚ ਇੱਥੇ ਦੇ ਵਸਨੀਕ ਅਤੇ ਬਿਜ਼ਨਸ ਮੰਗ ਕਰ ਰਹੇ ਹਨ ਕਿ ਜੋ ਪਾਬੰਦੀਆਂ ਲੱਗੀਆਂ ਹੋਈਆਂ ਹਨ ਉਹਨਾਂ ਨੂੰ ਸੁਖਾਲਾ ਕੀਤਾ ਜਾਵੇ। ਇਸ ਵੀਡੀਓ ਦੇ ਵਿੱਚ ਜੋ ਬੱਚੀ ਹੈ ਉਸ ਦਾ ਨਾਮ ਮੈਂਡੀ ਅਤੇ ਉਸ ਦੀ ਮਾਂ ਨੇ ਦੱਸਿਆ ਹੈ ਕਿ ਉਸ ਦੀ ਪੋਸਟ ਦੇ ਉੱਪਰ 48 ਘੰਟਿਆਂ ਦੇ ਵਿੱਚ 60,000 ਵਿਊਜ਼ ਹੋ ਗਏ ਅਤੇ ਉਹ 20,000 ਲੋਕਾਂ ਤੱਕ ਪਹੁੰਚੀ।
ਇਸ ਬੱਚੀ ਦੀ ਮਾਂ ਨੇ ਦੱਸਿਆ ਕਿ 2 ਹਫ਼ਤੇ ਪਹਿਲਾਂ ਉਹਨਾਂ ਨੇ ਫੇਸਬੁੱਕ ਦੇ ਉੱਪਰ ਇਹ ਵੀਡੀਓ ਸਾਂਝੀ ਕੀਤੀ ਸੀ ਅਤੇ ਹੁਣ ਤੱਕ ਇਸ ਵੀਡੀਓ ਦੇ ਉੱਪਰ 1 ਲੱਖ ਵਿਊ ਹੋ ਚੁੱਕੇ ਹਨ। ਇਸ ਵੀਡੀਓ ਦੇ ਵਿੱਚ ਪ੍ਰੀਮੀਅਰ ਜੇਸਨ ਕੈਨੀ ਨੂੰ ਰਿਕੁਐਸਟ ਕੀਤੀ ਗਈ ਹੈ, ਅਪੀਲ ਕੀਤੀ ਗਈ ਹੈ। ਬੱਚੀ ਕਹਿ ਰਹੀ ਹੈ ਕਿ ਉਹ ਵੀਡੀਓ ਇਸ ਕਰਕੇ ਬਣਾ ਰਹੀ ਹੈ ਤਾਂ ਕਿ ਉਹ ਡਾਂਸ ਕਲਾਸ ਦੇ ਵਿੱਚ ਜਾ ਸਕੇ। ਡਾਂਸ ਸਟੂਡੀਓਜ਼ ਨਵੰਬਰ ਮਹੀਨੇ ਤੋਂ ਬੰਦ ਪਏ ਹਨ। ਪ੍ਰੋਵਿੰਸ ਨੇ ਦੱਸਿਆ ਹੈ ਕਿ ਕੋਵਿਡ ਦੇ ਕਾਰਨ ਸਟੂਡੀਓ ਬੰਦ ਕੀਤੇ ਗਏ ਹਨ। ਉਧਰ ਡਾਂਸ ਕਲਾਸ ਟੀਚਰ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਟੂਡੀਓ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹਨ ਕਿਉਂਕਿ ਉੱਥੇ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਇੱਕ ਵੀ ਮਾਮਲੇ ਦੀ ਪੁਸ਼ਟੀ ਨਹੀਂ ਹੋਈ। ਅਲਬਰਟਾ ਹੈਲਥ ਨੇ ਕਿਹਾ ਹੈ ਕਿ ਡਾਂਸ ਐਕਟੀਵਿਟੀਜ਼ ਬਾਹਰ ਜਾਂ ਫਿਰ ਵਰਚੁਅਲੀ ਕੀਤੀਆਂ ਜਾ ਸਕਦੀਆਂ ਹਨ। ਵੱਖ-ਵੱਖ ਦੇਸ਼ਾਂ ਦੇ ਵਿੱਚ ਉਡਾਨਾਂ ਦੇ ਉੱਪਰ ਕੋਵਿਡ-19 ਵਾਇਰਸ ਦੀ ਸਥਿਤੀ ਕਾਰਨ ਰੋਕ ਲਗਾਈ ਗਈ ਹੈ। ਅਮਰੀਕਾ ਦੇ ਵਿੱਚ ਜੋ ਬਾਈਡਨ ਵੀ ਇਸ ਰੋਕ ਨੂੰ ਜਾਰੀ ਰੱਖਣਗੇ। ਇੱਥੇ ਵੀ ਜਿਹੜੀਆਂ ਉਡਾਨਾਂ ਉਹਨਾਂ ਦੇ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਜੋ ਜਾਣਕਾਰੀ ਵਾਈਟ ਹਾਊਸ ਦੇ 2 ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਹੈ, ਉਹਨਾਂ ਨੇ ਆਪਣੇ ਨਾਮ ਜਨਤਕ ਨਹੀਂ ਕੀਤੇ। ਆਪਣੇ ਨਾਮ ਬਿਨਾਂ ਦੱਸੇ ਉਹਨਾਂ ਨੇ ਕਿਹਾ ਹੈ ਕਿ ਬਾਈਡਨ ਵੱਖ-ਵੱਖ ਦੇਸ਼ਾਂ ਦੇ ਉੱਪਰ ਰੋਕ ਆਪਣੀ ਜਾਰੀ ਰੱਖਣਗੇ। ਇਸ ਦੇ ਵਿੱਚ ਨਾਮ ਜਿਹੜਾ ਹੈ ਉਹ ਸਾਊਥ ਅਫਰੀਕਾ ਦਾ ਵੀ ਜਾਰੀ ਕੀਤਾ ਜਾਏਗਾ, ਸ਼ਾਮਿਲ ਕੀਤਾ ਜਾਵੇਗਾ। ਉਹ ਇਸ ਕਰਕੇ ਕਿਉਂਕਿ ਇੱਥੇ ਵੀ ਕੋਵਿਡ-19 ਵਾਇਰਸ ਦਾ ਜੋ ਸਟ੍ਰੇਨ ਪਾਇਆ ਗਿਆ ਸੀ। ਪੂਰੇ ਵਿਸ਼ਵ ਦੇ ਵਿੱਚ ਅਜੇ ਵੀ ਕੋਵਿਡ-19 ਵਾਇਰਸ ਦਾ ਫੈਲਾਅ ਜਾਰੀ ਹੈ, ਜਿਸ ਦੇ ਚੱਲਦਿਆਂ ਵੱਖ-ਵੱਖ ਦੇਸ਼ਾਂ ਨੇ ਅਜੇ ਵੀ ਹਵਾਈ ਯਾਤਰਾ ਦੇ ਉੱਪਰ ਰੋਕ ਲਗਾਈ ਹੋਈ ਹੈ। ਇਸੇ ਦੇ ਵਿੱਚ ਜੇਕਰ ਅਮਰੀਕਾ ਦੀ ਗੱਲ ਕਰੀਏ ਤਾਂ ਜੋ ਬਾਈਡਨ ਫਿਰ ਤੋਂ ਹਵਾਈ ਯਾਤਰਾ ਜਾਣੀ ਕਿ ਟਰੈਵਲ ਦੇ ਉੱਪਰ ਰੋਕ ਲਗਾਉਣਗੇ। ਇਸ ਦੀ ਜਾਣਕਾਰੀ ਵਾਈਟ ਹਾਊਸ ਦੇ 2 ਅਧਿਕਾਰੀਆਂ ਨੇ ਸਾਂਝੀ ਕੀਤੀ ਹੈ, ਪਰ ਉਹਨਾਂ ਵੱਲੋਂ ਆਪਣੇ ਨਾਮ ਜਨਤਕ ਨਹੀਂ ਕੀਤੇ ਗਏ। ਯੂਐਸ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਇੱਕ ਵਾਰ ਫਿਰ ਬ੍ਰਾਜ਼ੀਲ, ਆਇਰਲੈਂਡ, ਬ੍ਰਿਟੇਨ ਅਤੇ 26 ਹੋਰ ਯੂਰਪੀਅਨ ਦੇਸ਼ਾਂ ਤੇ ਆਉਣ ਵਾਲੇ ਗੈਰ ਅਮਰੀਕੀ ਯਾਤਰੀਆਂ ਦੇ ਉੱਪਰ ਰਸਮੀ ਤੌਰ ਦੇ ਉੱਪਰ ਕੋਵਿਡ-19 ਦੇ ਨਾਲ ਜੁੜੀ ਯਾਤਰਾ ਜਾਣੀ ਕਿ ਟਰੈਵਲ ਪਾਬੰਦੀਆਂ ਲਗਾਉਣਗੇ। ਇਸ ਲਿਸਟ ਦੇ ਵਿੱਚ ਸਾਊਥ ਅਫਰੀਕਾ ਦਾ ਨਾਮ ਵੀ ਸ਼ਾਮਿਲ ਕੀਤਾ ਜਾਵੇਗਾ ਕਿਉਂਕਿ ਇੱਥੇ ਕੋਵਿਡ-19 ਦਾ ਨਵਾਂ ਸਟ੍ਰੇਨ ਪਾਇਆ ਗਿਆ ਹੈ। ਉਧਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਟੈਨਿਓਰ ਦੇ ਆਖਰੀ ਦਿਨਾਂ ਦੇ ਵਿੱਚ ਟਰੈਵਲ ਪਾਬੰਦੀ ਹਟਾਉਣ ਦੀ ਗੱਲ ਕੀਤੀ ਸੀ। ਬਾਈਡਨ ਵੱਲੋਂ ਇਹ ਫੈਸਲਾ ਪਲਟਿਆ ਗਿਆ ਹੈ। ਇਹ ਹੈਰਾਨੀ ਵਾਲੀ ਗੱਲ ਨਹੀਂ ਹੈ, ਪਰ ਇਸ ਦੇ ਵਿੱਚ ਦੱਖਣੀ ਅਫਰੀਕਾ ਦਾ ਨਾਮ ਸ਼ਾਮਿਲ ਕਰਨ ਦਾ ਫੈਸਲਾ ਵਾਇਰਸ ਪ੍ਰਤੀ ਜੋ ਨਵਾਂ ਸਟ੍ਰੇਨ ਪਾਇਆ ਗਿਆ ਹੈ ਉਸ ਦੀ ਚਿੰਤਾ ਨੂੰ ਦਰਸਾਉਂਦਾ ਹੈ। ਦੱਸੀਏ ਕਿ ਅਮਰੀਕਾ ਦੇ ਵਿੱਚ ਇਸ ਨਵੇਂ ਸਟ੍ਰੇਨ ਦੇ ਨਾਲ ਸੰਬੰਧਿਤ ਜੋ ਕਿ ਦੱਖਣੀ ਅਫਰੀਕਾ ਦੇ ਵਿੱਚ ਪਾਇਆ ਗਿਆ ਹੈ, ਇੱਕ ਵੀ ਕੇਸ ਸਾਹਮਣੇ ਨਹੀਂ ਆਇਆ, ਪਰ ਫਿਰ ਵੀ ਅਮਰੀਕਾ ਰਿਸਕ ਨਹੀਂ ਲੈਣਾ ਚਾਹੁੰਦਾ। ਅਮਰੀਕਾ ਦੇ ਵਿੱਚ ਇਸ ਸਮੇਂ ਕੋਵਿਡ-19 ਦੇ ਜੋ ਹਾਲਾਤ ਨੇ ਉਸ ਨੂੰ ਦੇਖਦਿਆਂ ਬਾਈਡਨ ਨੇ ਕੋਵਿਡ-19 ਚੁਣੌਤੀ ਦੇ ਨਾਲ ਨਜਿੱਠਣ ਦੇ ਲਈ ਪਿਛਲੇ ਹਫ਼ਤੇ ਕਈ ਆਦੇਸ਼ਾਂ ਦੇ ਉੱਪਰ ਦਸਤਖਤ ਕੀਤੇ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਕੀਲ ਰੂਡੀ ਦੇ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਹੈ। $1.3 ਬਿਲੀਅਨ ਦਾ ਡੈਫਾਮੇਸ਼ਨ ਦਾ ਲਾਅਸੂਟ ਫਾਈਲ ਕੀਤਾ ਗਿਆ ਉਹਨਾਂ ਦੇ ਖਿਲਾਫ ਕਿਉਂਕਿ ਲਗਾਤਾਰ ਉਹ ਇਸ ਗੱਲ ਦਾ ਦਾਅਵਾ ਕਰਦੇ ਨਜ਼ਰ ਆ ਰਹੇ ਸਨ ਕਿ ਅਮਰੀਕਾ ਦੇ ਵਿੱਚ ਜੋ ਰਾਸ਼ਟਰਪਤੀ ਚੋਣਾਂ ਹੋਈਆਂ ਉਸ ਦੇ ਵਿੱਚ ਧੋਖਾਧੜੀ ਹੋਈ ਹੈ, ਉਸ ਦੇ ਵਿੱਚ ਗੜਬੜੀ ਹੋਈ ਹੈ। ਹੁਣ ਇਸ ਦੇ ਚੱਲਦਿਆਂ ਜੋ ਉਹਨਾਂ ਵੱਲੋਂ ਇਹ ਗੱਲ ਦੁਹਰਾਈ ਜਾ ਰਹੀ ਸੀ, ਇਸ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕੀ ਚੋਣਾਂ ਦੇ ਵਿੱਚ ਗੜਬੜੀ ਹੋਈ ਹੈ ਇਹ ਕਲੇਮ ਕਰਨ ਵਾਲੇ ਰੂਡੀ ਜਿਓਲਾਨੀ ਦੇ ਉੱਪਰ $1.3 ਬਿਲੀਅਨ ਦਾ ਮੁਕੱਦਮਾ ਕੀਤਾ ਗਿਆ ਹੈ। ਡੋਮੇਨੀਅਨ ਵੋਟਿੰਗ ਸਿਸਟਮ ਨੇ ਉਹਨਾਂ ਖਿਲਾਫ ਡੈਫਾਮੇਸ਼ਨ ਜਾਣੀ ਕਿ ਮਾਣਹਾਨੀ ਦਾ ਕੇਸ ਦਰਜ ਕੀਤਾ ਹੈ। ਰੂਡੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਵਕੀਲ ਹੈ ਜੋ ਲਗਾਤਾਰ ਇਸ ਗੱਲ ਦੇ ਉੱਪਰ ਜ਼ੋਰ ਦੇ ਰਿਹਾ ਸੀ ਕਿ ਜੋ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਧੋਖਾ ਹੋਇਆ ਹੈ। ਇਹ ਲਾਅਸੂਟ ਯੂਐਸ ਡਿਸਟ੍ਰਿਕਟ ਕੋਰਟ ਦੇ ਵਿੱਚ ਫਾਈਲ ਕੀਤਾ ਗਿਆ ਹੈ। 107 ਪੇਜਾਂ ਦੀ ਸ਼ਿਕਾਇਤ ਜਿਓਲਾਨੀ ਦੇ ਖਿਲਾਫ ਕੀਤੀ ਗਈ ਹੈ। ਇਸ ਮੌਕੇ ਦੇ ਉੱਪਰ ਉਹਨਾਂ ਨੇ ਆਪਣਾ ਪੱਖ ਵੀ ਰੱਖਿਆ। ਦੱਸੀਏ ਕਿ ਅਮਰੀਕਾ ਦੇ ਵਿੱਚ ਜੋ ਰਾਸ਼ਟਰਪਤੀ ਚੋਣਾਂ ਹੋਈਆਂ ਸਨ ਉਸ ਦੇ ਉੱਪਰ ਲਗਾਤਾਰ ਡੋਨਲਡ ਟਰੰਪ ਵੀ ਇੱਕੋ ਗੱਲ ਦੁਹਰਾ ਰਹੇ ਸਨ ਕਿ ਉਹਨਾਂ ਦੇ ਨਾਲ ਧੋਖਾ ਹੋਇਆ ਹੈ ਇਹਨਾਂ ਚੋਣਾਂ ਦੇ ਵਿੱਚ ਤੇ ਇਹਨਾਂ ਚੋਣਾਂ ਦੀ ਗਿਣਤੀ ਦੇ ਵਿੱਚ ਧੋਖਾ ਹੋਇਆ ਹੈ। ਇਸ ਦੇ ਚੱਲਦਿਆਂ ਡੋਨਲਡ ਟਰੰਪ ਨੇ ਕਈ ਕੇਸ ਫਾਈਲ ਕੀਤੇ ਸਨ। ਲਗਾਤਾਰ ਹਰ ਕੇਸ ਉਹਨਾਂ ਦਾ ਰਿਜੈਕਟ ਹੋਇਆ ਹੈ ਤੇ ਰੂਡੀ ਵੀ ਇਹੀ ਕਲੇਮ ਕਰਦੇ ਨਜ਼ਰ ਆ ਰਹੇ ਸਨ ਕਿ ਇਹਨਾਂ ਚੋਣਾਂ ਦੇ ਵਿੱਚ ਧੋਖਾ ਗੜਬੜੀ ਹੋਈ ਹੈ। ਇਸ ਦੇ ਚੱਲਦਿਆਂ ਹੁਣ ਉਹਨਾਂ ਦੇ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਹੈ। ਇੱਕ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ ਜਿੱਥੇ 10 ਦਿਨਾਂ ਤੋਂ ਇੱਕ ਔਰਤ ਲਾਪਤਾ ਸੀ ਅਤੇ ਉਸ ਦੀ ਲਾਸ਼ 15 ਫੁੱਟ ਹੇਠਾਂ ਬਰਫ਼ ਦੇ ਦੱਬੀ ਹੋਈ ਮਿਲੀ ਹੈ। ਸੋ ਜਾਣਕਾਰੀ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਹੈ ਜਿੱਥੇ ਉਹਨਾਂ ਦੱਸਿਆ ਹੈ ਕਿ ਇਸ ਔਰਤ ਦੀ ਲਾਸ਼ ਜਿਹੜੀ ਹੈ ਜਾਂ ਫਿਰ ਇਸ ਔਰਤ ਦੀ ਜੋ ਜਗ੍ਹਾ ਹੈ ਉਸ ਨੂੰ ਡਿਟੈਕਟ ਕਰਨ ਦੇ ਲਈ ਖਾਸ ਮਸ਼ੀਨਾਂ ਦਾ ਇਸਤੇਮਾਲ ਕਰਨਾ ਪਿਆ। ਪੇਸ਼ੇ ਤੋਂ ਇਹ ਔਰਤ ਜਿਹੜੀ ਹੈ ਉਹ ਰਜਿਸਟਰਡ ਨਰਸ ਹੈ। ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ ਜਿੱਥੇ 10 ਦਿਨ ਪਹਿਲਾਂ ਇੱਕ ਔਰਤ ਲਾਪਤਾ ਹੋਈ ਸੀ ਪਰ ਬਾਅਦ ਦੇ ਵਿੱਚ ਔਰਤ ਦੀ ਲਾਸ਼ ਮਿਲੀ ਹੈ
ਤੇ ਇਹ ਲਾਸ਼ 15 ਫੁੱਟ ਚਿੱਕੜ ਹੇਠਾਂ ਦੱਬੀ ਹੋਈ ਸੀ। ਮਾਮਲਾ ਅਮਰੀਕਾ ਦੇ ਸੂਬੇ ਓਰੇਗਨ ਦੇ ਨਾਲ ਸੰਬੰਧਿਤ ਹੈ, ਜਿੱਥੇ ਤਕਰੀਬਨ 10 ਦਿਨ ਪਹਿਲਾਂ ਇੱਕ ਔਰਤ ਲਾਪਤਾ ਹੋਈ ਤੇ ਫਿਰ ਇਸ ਔਰਤ ਦੀ ਲਾਸ਼ ਮਿਲਦੀ ਹੈ ਜੋ ਕਿ ਚਿੱਕੜ ਦੇ 15 ਫੁੱਟ ਹੇਠਾਂ ਦੱਬੀ ਹੋਈ ਸੀ। ਪੁਲਿਸ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਦੇ ਮੁਤਾਬਕ ਇਸ ਔਰਤ ਦਾ ਨਾਮ ਜੈਨੀਫਰ ਮੂਰ ਹੈ, ਜਿਸ ਦੀ ਉਮਰ 50 ਸਾਲ ਦੱਸੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਘਟਨਾ 13 ਜਨਵਰੀ ਨੂੰ ਸਵੇਰੇ 1:15 ਤੇ ਡਾਟਸਨ ਵਿਖੇ ਕਾਰ ਚਲਾਉਣ ਦੌਰਾਨ ਸੜਕ ਤੋਂ ਪਾਸੇ ਚਿੱਕੜ ਦੇ ਵਿੱਚ ਕਾਰ ਸਣੇ ਡਿੱਗਣ ਦੇ ਨਾਲ ਵਾਪਰੀ ਸੀ। ਇਸ ਘਟਨਾ ਦੀ ਉਸ ਦਿਨ ਤੋਂ ਹੀ ਜਾਂਚ ਕੀਤੀ ਜਾ ਰਹੀ ਸੀ। ਜਦੋਂ ਪੁਲਿਸ ਨੂੰ ਇਸ ਔਰਤ ਦੀ ਲਾਸ਼ ਦੇ ਬਾਰੇ ਦੇ ਵਿੱਚ ਪਤਾ ਚੱਲਿਆ ਤਾਂ ਉਹਨਾਂ ਨੇ ਚਿੱਕੜ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ। ਪੁਲਿਸ ਦੇ ਮੁਤਾਬਕ ਇਹ ਔਰਤ ਓਰੇਗਨ ਤੋਂ ਇੱਕ ਰਜਿਸਟਰਡ ਨਰਸ ਹੈ। ਇਸ ਦਾ ਪਤਾ ਲਗਾਉਣ ਦੇ ਲਈ ਭਾਰੀ ਮਸ਼ੀਨਰੀ ਦੀ ਵਰਤੋਂ ਕਰਨੀ ਪਈ, ਜਿਸ ਦੇ ਵਿੱਚ ਫਰੰਟ ਲੋਡਰ ਅਤੇ ਡੰਪ ਟਰੱਕ ਸ਼ਾਮਲ ਸਨ। ਆਖਿਰ ਦੇ ਵਿੱਚ ਪਤਾ ਚੱਲਿਆ ਕਿ ਇਸ ਔਰਤ ਦੀ ਕਾਰ ਤਕਰੀਬਨ 15 ਫੁੱਟ ਹੇਠਾਂ ਚਿੱਕੜ ਦੇ ਵਿੱਚ ਦੱਬੀ ਹੋਈ ਸੀ। ਇਸ ਕਾਰਵਾਈ ਦੇ ਦੌਰਾਨ ਇੱਕ ਪ੍ਰਾਈਵੇਟ ਠੇਕੇਦਾਰ ਨੇ ਕਾਰ ਦੀ ਸਹੀ ਸਥਿਤੀ ਦਾ ਪਤਾ ਕਰਨ ਦੇ ਵਿੱਚ ਇੱਕ ਤਾਕਤਵਰ ਮੈਟਲ ਡਿਟੈਕਟਰ ਦੀ ਵਰਤੋਂ ਕੀਤੀ। ਕਿਸੇ ਨੂੰ ਵੀ ਇਸ ਦਾ ਅੰਦਾਜ਼ਾ ਨਹੀਂ ਸੀ ਕਿ ਇਸ ਔਰਤ ਦੇ ਨਾਲ ਇੰਨਾ ਭਿਆਨਕ ਹਾਦਸਾ ਵਾਪਰਿਆ ਹੈ ਕਿ ਉਸ ਦੀ ਲਾਸ਼ 15 ਫੁੱਟ ਚਿੱਕੜ ਦੇ ਹੇਠਾਂ ਦੱਬੀ ਮਿਲੀ। 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਜੋ ਬਾਈਡਨ ਵੱਲੋਂ ਸਹੁੰ ਚੁੱਕੀ ਗਈ ਹੈ। ਉਹਨਾਂ ਵੱਲੋਂ ਵੱਖ-ਵੱਖ ਅਹੁਦਿਆਂ ਦੇ ਉੱਪਰ ਅਪਾਇੰਟਮੈਂਟਸ ਕੀਤੀਆਂ ਜਾ ਰਹੀਆਂ ਹਨ। ਅਜਿਹੇ ਦੇ ਵਿੱਚ ਭਾਰਤੀਆਂ ਨੂੰ ਵੀ ਅਲੱਗ-ਅਲੱਗ ਜ਼ਿੰਮੇਵਾਰੀਆਂ ਤੇ ਖਾਸ ਜ਼ਿੰਮੇਵਾਰੀਆਂ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ। ਕਿਸ ਨੂੰ ਕਿਹੜਾ ਅਹੁਦਾ ਦਿੱਤਾ ਹੈ, ਜਾਣੋ ਇਸ ਖਬਰ ਦੇ ਰਾਹੀਂ। ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਜੋ ਬਾਈਡਨ ਨੇ 20 ਜਨਵਰੀ ਨੂੰ ਸਹੁੰ ਚੁੱਕੀ ਹੈ। ਬਾਈਡਨ ਪ੍ਰਸ਼ਾਸਨ ਨੇ ਕਈ ਵਿਭਾਗਾਂ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਅਪਾਇੰਟਮੈਂਟ ਕੀਤੀ ਹੈ। ਊਰਜਾ ਵਿਭਾਗ ਦੇ ਵਿੱਚ ਵੀ ਭਾਰਤੀਆਂ ਨੂੰ ਅਹਿਮ ਅਹੁਦਿਆਂ ਦੇ ਉੱਪਰ ਅਪਾਇੰਟ ਕੀਤਾ ਗਿਆ ਹੈ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਨੇ ਡਿਪਾਰਟਮੈਂਟ ਆਫ ਐਨਰਜੀ ਦੇ ਵਿੱਚ ਭਾਰਤੀ ਮੂਲ ਦੇ 4 ਲੋਕਾਂ ਨੂੰ ਨਿਯੁਕਤ ਕੀਤਾ ਹੈ। ਪ੍ਰਸ਼ਾਸਨ ਨੇ ਚੀਫ ਆਫ ਸਟਾਫ ਦੇ ਅਹੁਦੇ ਤੇ ਤਾਰਕ ਸ਼ਾਹ ਨੂੰ ਅਪਾਇੰਟ ਕੀਤਾ ਹੈ। ਸ਼ਾਹ ਇਸ ਅਹੁਦੇ ਤੇ ਪਹੁੰਚਣ ਵਾਲੇ ਭਾਰਤੀ ਮੂਲ ਦੇ ਪਹਿਲੇ ਅਮਰੀਕੀ ਬਣ ਗਏ ਹਨ। ਤਾਨੀਆ ਦਾਸ ਨੇ ਵਿਗਿਆਨ ਦੇ ਨਾਲ ਜੁੜੇ ਮਾਮਲਿਆਂ ਦੇ ਵਿਭਾਗ ਆਫਿਸ ਆਫ ਸਾਇੰਸ ਦੇ ਚੀਫ ਆਫ ਸਟਾਫ ਬਣਨ ਦਾ ਮਾਣ ਹਾਸਲ ਕੀਤਾ ਹੈ। ਨਾਰਾਇਣ ਸੁਬਰਮਨੀਅਮ ਆਫਿਸ ਆਫ ਜਨਰਲ ਕੌਂਸਲ ਦੇ ਵਿੱਚ ਕਾਨੂੰਨੀ ਸਲਾਹਕਾਰ ਦੇ ਅਹੁਦੇ ਦੇ ਉੱਪਰ ਹਨ ਅਤੇ ਸੂਚੀ ਤਲਾਤੀ ਜੈਵਿਕ ਊਰਜਾ ਦੇ ਨਾਲ ਸੰਬੰਧਿਤ ਵਿਭਾਗ ਆਫਿਸ ਆਫ ਫੋਜ਼ਲ ਐਨਰਜੀ ਦੇ ਵਿੱਚ ਚੀਫ ਆਫ ਸਟਾਫ ਅਪਾਇੰਟ ਕੀਤੇ ਗਏ ਹਨ। ਇਸ ਤੋਂ ਇਲਾਵਾ ਡੇਵਿਡ ਜੀ ਊਰਜਾ ਵਿਭਾਗ ਦੇ ਵਿੱਚ ਜਾਣੀ ਕਿ ਡਿਪਾਰਟਮੈਂਟ ਆਫ ਐਨਰਜੀ ਦੇ ਵਿੱਚ ਕਾਰਜਕਾਰੀ ਸਕੱਤਰ ਦੇ ਤੌਰ ਦੇ ਉੱਪਰ ਸੇਵਾ ਦੇਣਗੇ। ਹਾਲ ਹੀ ਦੇ ਵਿੱਚ ਉਹ ਰਾਸ਼ਟਰੀ ਪ੍ਰਮਾਣੂ ਸੁਰੱਖਿਆ ਪ੍ਰਸ਼ਾਸਨ ਦੇ ਵਿੱਚ ਸਹਾਇਕ ਪ੍ਰਧਾਨ ਡਿਪਟੀ ਪ੍ਰਸ਼ਾਸਨ ਦੇ ਅਹੁਦੇ ਦੇ ਉੱਪਰ ਸਨ। ਤਾਰਕ ਸ਼ਾਹ ਐਨਰਜੀ ਪਾਲਿਸੀ ਐਕਸਪਰਟ ਹਨ ਅਤੇ ਉਹਨਾਂ ਨੇ ਪਿਛਲੇ ਦਹਾਕੇ ਦੇ ਵਿੱਚ ਜਲਵਾਯੂ ਤਬਦੀਲੀ ਦੇ ਨਾਲ ਨਜਿੱਠਣ ਦੇ ਵਿੱਚ ਕੰਮ ਕੀਤਾ ਸੀ। ਤਾਨੀਆ ਦਾਸ ਹਾਲ ਹੀ ਦੇ ਵਿੱਚ ਅਮਰੀਕੀ ਪ੍ਰਤੀਨਿਧੀ ਸਭਾ ਦੇ ਵਿੱਚ ਵਿਗਿਆਨ, ਸਪੇਸ ਐਂਡ ਟੈਕਨੋਲੋਜੀ ਮਾਮਲਿਆਂ ਦੀ ਕਮੇਟੀ ਦੀ ਪੇਸ਼ੇਵਰ ਮੈਂਬਰ ਸੀ। ਨਾਰਾਇਣ ਸੁਬਰਮਨੀਅਮ ਬਰਕਲੇ ਲਾਅ ਦੇ ਵਿੱਚ ਸੈਂਟਰ ਫਾਰ ਲਾਅ, ਐਨਰਜੀ ਐਂਡ ਐਨਵਾਇਰਨਮੈਂਟ ਦੇ ਵਿੱਚ ਗੈਸਟ ਰਿਸਰਚ ਸਪੈਸ਼ਲਿਸਟ ਸਨ। ਕੋਵਿਡ-19 ਦੀ ਜੋ ਮੌਜੂਦਾ ਸਥਿਤੀ ਕੈਨੇਡਾ ਦੇ ਵਿੱਚ ਹੈ, ਉਸ ਦੇ ਨਾਲ ਸੰਬੰਧਿਤ ਸਮੇਂ-ਸਮੇਂ ਦੇ ਉੱਪਰ ਆਪਣੇ ਵਿਚਾਰ ਸਿਹਤ ਅਧਿਕਾਰੀ ਸਾਂਝੇ ਕਰਦੇ ਨਜ਼ਰ ਆਉਂਦੇ ਨੇ। ਉਹਨਾਂ ਕਿਹਾ ਹੈ ਕਿ ਚਾਹੇ ਇੱਕ ਚੰਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿੱਥੇ ਜੇਕਰ ਅਸੀਂ ਪਿਛਲੇ ਕੁਝ ਮਹੀਨਿਆਂ ਵੱਲ ਝਾਤ ਮਾਰੀਏ ਤਾਂ ਕੋਵਿਡ-19 ਦੇ ਜੋ ਮਾਮਲੇ ਨੇ ਉਹਨਾਂ ਦੇ ਵਿੱਚ ਗਿਰਾਵਟ ਆਈ ਹੈ, ਪਰ ਜੇਕਰ ਅਸੀਂ ਸਥਿਤੀ ਨੂੰ ਕਾਬੂ ਦੇ ਵਿੱਚ ਕਰਨਾ ਹੈ ਤਾਂ ਫਿਰ ਜੋ ਨਿਯਮ ਨੇ ਉਹਨਾਂ ਦੀ ਪਾਲਣਾ ਕਰਨੀ ਪਏਗੀ। ਲਗਾਤਾਰ ਜੋ ਕਰੋਨਾ ਵਾਇਰਸ ਦੇ ਖਿਲਾਫ ਸਾਡੀ ਜੰਗ ਹੈ, ਉਸ ਨੂੰ ਜਾਰੀ ਰੱਖਣਾ ਪਵੇਗਾ। ਪਿਛਲੇ ਦਿਨੀ ਕੈਨੇਡਾ ਤੋਂ ਇੱਕ ਚੰਗੀ ਖਬਰ ਸਾਹਮਣੇ ਆਈ ਸੀ। ਉਹ ਚੰਗੀ ਖਬਰ ਇਹ ਹੈ ਕਿ ਕੈਨੇਡਾ ਦੇ ਵਿੱਚ ਜੋ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਲਾਕਡਾਊਨ ਲਗਾਇਆ ਗਿਆ, ਉਸ ਦੇ ਚੱਲਦਿਆਂ ਹੁਣ ਕੋਵਿਡ-19 ਕੇਸ ਘੱਟ ਆਉਣੇ ਸ਼ੁਰੂ ਹੋਏ ਹਨ, ਜਾਣੀ ਕਿ ਇਹਨਾਂ ਕੇਸਿਸ ਦੇ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। ਪਰ ਇਸ ਦੇ ਚੱਲਦਿਆਂ ਸਿਹਤ ਅਧਿਕਾਰੀ ਵੱਲੋਂ ਇੱਕ ਗੱਲ ਕਹੀ ਗਈ ਹੈ। ਉਹਨਾਂ ਕਿਹਾ ਕਿ ਕਰੋਨਾ ਦੇ ਨਾਲ ਲੜਨ ਦੇ ਲਈ ਕੈਨੇਡਾ ਨੂੰ ਨਿਰੰਤਰ ਜਾਣੀ ਕਿ ਲਗਾਤਾਰ ਯਤਨਾਂ ਦੀ ਜ਼ਰੂਰਤ ਹੈ। ਚੀਫ ਪਬਲਿਕ ਹੈਲਥ ਆਫੀਸਰ ਨੇ ਕਿਹਾ ਹੈ ਕਿ ਕੈਨੇਡਾ ਦੇ ਵਿੱਚ ਕੋਵਿਡ-19 ਵਾਇਰਸ ਦੀ ਦੂਸਰੀ ਲਹਿਰ ਅਜੇ ਵੀ ਜਾਰੀ ਹੈ। ਇਸ ਦੇ ਲਈ ਜੇਕਰ ਇਹਨਾਂ ਵਾਇਰਸ ਦੇ ਮਾਮਲਿਆਂ ਨੂੰ ਕਾਬੂ ਦੇ ਵਿੱਚ ਕਰਨਾ ਹੈ ਤਾਂ ਫਿਰ ਇਸ ਦੇ ਉੱਪਰ ਲੋੜ ਹੈ ਕਿ ਆਪਣੇ ਯਤਨਾਂ ਨੂੰ ਜਾਰੀ ਰੱਖੀਏ। ਇਹਨਾਂ ਕੋਸ਼ਿਸ਼ਾਂ ਦੇ ਨਾਲ ਨਾ ਸਿਰਫ ਵੱਧਦੇ ਮਾਮਲਿਆਂ ਨੂੰ ਰੋਕਿਆ ਜਾ ਸਕੇਗਾ, ਸਗੋਂ ਇਹ ਯਕੀਨੀ ਬਣਾਉਣ ਦੇ ਵਿੱਚ ਮਦਦ ਮਿਲੇਗੀ ਕਿ ਚਿੰਤਾ ਦਾ ਨਵਾਂ ਵਾਇਰਸ ਜਾਣੀ ਕਿ ਕੋਵਿਡ-19 ਦਾ ਜੋ ਨਵਾਂ ਵੇਰੀਐਂਟ ਮਿਲਿਆ ਹੈ ਉਹ ਹੋਰ ਜ਼ਿਆਦਾ ਨਾ ਫੈਲੇ। ਚੀਫ ਪਬਲਿਕ ਹੈਲਥ ਆਫੀਸਰ ਥੈਰੇਸਾ ਟੀਮ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਕੋਵਿਡ-19 ਵਾਇਰਸ ਨੂੰ ਕੰਟਰੋਲ ਕਰਨ ਦੇ ਬਾਰੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਦੱਸ ਦਈਏ ਕਿ ਕੈਨੇਡਾ ਦੇ ਵਿੱਚ ਜੋ ਇਸ ਸਮੇਂ ਮੌਜੂਦਾ ਹਾਲਾਤ ਹਨ ਉਸ ਨੂੰ ਦੇਖਦਿਆਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਕੋਵਿਡ-19 ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਨਾਨ ਐਸੈਂਸ਼ੀਅਲ ਟਰੈਵਲ ਤੋਂ ਪਰਹੇਜ਼ ਕੀਤਾ ਜਾਵੇ ਕਿਉਂਕਿ ਹੁਣ ਜੋ ਕੋਵਿਡ-19 ਵਾਇਰਸ ਦਾ ਨਵਾਂ ਰੂਪ ਮਿਲਿਆ ਹੈ ਉਸ ਦੇ ਕਰਕੇ ਸਿਹਤ ਮਾਹਿਰਾਂ ਦੀ ਚਿੰਤਾ ਹੋਰ ਵੱਧ ਗਈ ਹੈ। ਇਸ ਦੇ ਕਰਕੇ ਸਖਤੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਇਸ ਨੂੰ ਵੀ ਕੰਟਰੋਲ ਦੇ ਵਿੱਚ ਜਾਣੀ ਕਿ ਕਾਬੂ ਦੇ ਵਿੱਚ ਕੀਤਾ ਜਾ ਸਕੇ। ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਸਖਤੀਆਂ ਕੀਤੀਆਂ ਗਈਆਂ ਨੇ ਕਿਉਂਕਿ ਕੋਵਿਡ-19 ਦੇ ਜੋ ਮੌਜੂਦਾ ਹਾਲਾਤ ਕੈਨੇਡਾ ਦੇ ਵਿੱਚ ਹਨ, ਪਰ ਇਸੇ ਦੇ ਚੱਲਦਿਆਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਨਿਯਮਾਂ ਦਾ ਉਲੰਘਣ ਕੀਤਾ ਜਾਂਦਾ ਹੈ। ਅਲਬਰਟਾ ਦੇ ਇੱਕ ਕੈਫੇ ਵੱਲੋਂ ਵੀ ਨਿਯਮ ਤੋੜੇ ਗਏ ਹਨ, ਉਲੰਘਣ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਹੁਣ ਉਹਨਾਂ ਨੂੰ ਭਾਰੀ ਜੁਰਮਾਨਾ ਲੱਗ ਸਕਦਾ ਹੈ, ਜੁਰਮਾਨੇ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਸਕਦਾ ਹੈ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਕੋਵਿਡ-19 ਦੀ ਸਥਿਤੀ ਨੂੰ ਦੇਖਦਿਆਂ ਮੁੜ ਤੋਂ ਪਾਬੰਦੀਆਂ ਲਗਾਈਆਂ ਗਈਆਂ ਹਨ। ਅਜਿਹੇ ਦੇ ਵਿੱਚ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਕੋਵਿਡ-19 ਦੇ ਕਰਕੇ ਲਗਾਏ ਗਏ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਅਜਿਹਾ ਹੀ ਮਾਮਲਾ ਅਲਬਰਟਾ ਤੋਂ ਸਾਹਮਣੇ ਆਇਆ ਜਿੱਥੇ ਅਲਬਰਟਾ ਦੇ ਇੱਕ ਕੈਫੇ ਨੇ ਨਿਯਮ ਤੋੜੇ ਹਨ। ਇਸ ਦੇ ਵਾਸਤੇ ਹੁਣ ਭਾਰੀ ਜੁਰਮਾਨਾ ਲੱਗੇਗਾ। ਅਲਬਰਟਾ ਹੈਲਥ ਸਰਵਿਸਿਜ਼ ਅਤੇ ਸਥਾਨਕ ਪੁਲਿਸ ਨੇ ਦੱਸਿਆ ਹੈ ਕਿ ਲਾਕਡਾਊਨ ਦੇ ਕਾਰਨ ਲੋਕਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਕੈਫੇ ਦੇ ਵਿੱਚ ਬੈਠ ਕੇ ਨਾ ਖਾਣ ਪੀਣ। ਪਰ ਇਸ ਦੇ ਬਾਵਜੂਦ ਵੀ ਇੱਕ ਕੈਫੇ ਅਜਿਹਾ ਹੈ ਅਲਬਰਟਾ ਦੇ ਵਿੱਚ ਜਿਸ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ, ਉਹਨਾਂ ਦਾ ਉਲੰਘਣ ਕੀਤਾ ਹੈ ਤੇ ਇਸ ਕੈਫੇ ਨੂੰ ਹੁਣ ਭਾਰੀ ਜੁਰਮਾਨਾ ਹੋ ਸਕਦਾ ਹੈ। ਜਾਣਕਾਰੀ ਦੇ ਮੁਤਾਬਕ ਇੱਕ ਪੁਲਿਸ ਆਫੀਸਰ ਇੱਥੇ ਗਿਆ, ਉਸਨੇ ਕੈਫੇ ਦੇ ਮਾਲਕ ਦੇ ਨਾਲ ਇਸ ਸੰਬੰਧੀ ਗੱਲ ਕੀਤੀ। ਇਹ ਕੈਫੇ ਹਾਈਵੇ 21 ਉੱਤਰੀ ਪੂਰਬੀ ਰੈੱਡ ਡੀਅਰ ਖੇਤਰ ਦੇ ਵਿੱਚ ਹੈ। ਸੂਬੇ ਨੇ ਕੋਰੋਨਾ ਦੇ ਪ੍ਰਕੋਪ ਦੇ ਮੱਦੇਨਜ਼ਰ ਪਾਬੰਦੀਆਂ ਨੂੰ ਸਖਤ ਕੀਤਾ ਹੋਇਆ ਹੈ। ਦਸੰਬਰ ਮਹੀਨੇ ਤੋਂ ਹੀ ਰੈਸਟੋਰੈਂਟ ਹੋਟਲ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ। ਲੋਕਾਂ ਨੂੰ ਅੰਦਰ ਬੈਠ ਕੇ ਖਾਣ ਪੀਣ ਦੇ ਉੱਪਰ ਰੋਕ ਲਗਾਈ ਗਈ ਸੀ, ਜਦਕਿ ਲੋਕ ਸਮਾਨ ਖਰੀਦ ਕੇ ਘਰ ਜਾ ਕੇ ਖਾ ਪੀ ਸਕਦੇ ਹਨ, ਜਾਣੀ ਕਿ ਡਿਲੀਵਰੀ ਦੀ ਇਜਾਜ਼ਤ ਅਤੇ ਟੇਕ ਅਵੇ ਦੀ ਇਜਾਜ਼ਤ ਦਿੱਤੀ ਗਈ ਸੀ। ਸਰਕਾਰ ਨੇ ਨਿਯਮ ਤੋੜਨ ਵਾਲਿਆਂ ਦੇ ਲਈ ਭਾਰੀ ਜੁਰਮਾਨਾ ਰੱਖਿਆ ਹੈ। ਇਸ ਦੇ ਲਈ ਇਸ ਕੈਫੇ ਨੂੰ ਵੀ ਭਾਰੀ ਜੁਰਮਾਨਾ ਲੱਗੇਗਾ, ਪਰ ਫਿਲਹਾਲ ਇਸ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਸੜਕ ਹਾਦਸੇ ਦੇ ਵਿੱਚ ਪੰਜਾਬੀ ਦੀ ਮੌਤ ਹੋ ਗਈ ਹੈ। ਪੰਜਾਬ ਤੋਂ ਬੇਗੋਵਾਲ ਦੇ ਨਾਲ ਸੰਬੰਧਿਤ ਹੈ। ਇਸ ਦਾ ਨਾਮ ਰਗਵੀਰ ਸਿੰਘ ਹੈ ਜੋ 25 ਸਾਲ ਪਹਿਲਾਂ ਅਮਰੀਕਾ ਦੇ ਵਿੱਚ ਗਿਆ ਸੀ। ਆਪਣੀ ਪਤਨੀ ਦੇ ਨਾਲ, ਬੇਟੇ ਦੇ ਨਾਲ ਤੇ ਬੇਟੀ ਦੇ ਨਾਲ ਉਹ ਪੱਕੇ ਤੌਰ ਦੇ ਉੱਪਰ ਇੱਥੇ ਰਹਿੰਦਾ ਸੀ। ਇਸ ਦੀ ਜਾਣਕਾਰੀ ਜਦੋਂ ਪਰਿਵਾਰ ਨੂੰ ਮਿਲੀ ਹੈ ਕਿ ਉਸ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਦੁੱਖ ਦੀ ਲਹਿਰ ਹੈ। ਇੱਕ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਇਹ ਵਿਅਕਤੀ ਪੰਜਾਬ ਦੇ ਵਿੱਚ ਬੇਗੋਵਾਲ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ, ਜਿਸ ਦੀ ਅਮਰੀਕਾ ਦੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋਈ। ਪਰਿਵਾਰਕ ਮੈਂਬਰਾਂ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰਾਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਹ ਵਿਅਕਤੀ ਜਿਸ ਦੀ ਅਮਰੀਕਾ ਦੇ ਵਿੱਚ ਮੌਤ ਹੋਈ ਹੈ, ਇਸ ਦਾ ਨਾਮ ਰਗਵੀਰ ਸਿੰਘ ਹੈ, ਉਮਰ 45 ਸਾਲ ਹੈ। ਇਹ ਪਿਛਲੇ ਕਰੀਬ 25 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ ਜਾਣੀ ਕਿ ਅਮਰੀਕਾ ਦੇ ਵਿੱਚ ਗਿਆ ਸੀ। ਨਿਊ ਜਰਸੀ ਸ਼ਹਿਰ ਦੇ ਵਿੱਚ ਆਪਣੀ ਪਤਨੀ, ਇੱਕ ਬੇਟੀ ਅਤੇ ਇੱਕ ਬੇਟੇ ਦੇ ਨਾਲ ਪੱਕੇ ਤੌਰ ਦੇ ਉੱਪਰ ਇਹ ਰਹਿ ਰਿਹਾ ਸੀ। ਰਗਵੀਰ ਸਿੰਘ ਦੀ ਪਤਨੀ ਨੇ ਉਹਨਾਂ ਨੂੰ ਫੋਨ ਕੀਤਾ ਕਿ ਕੰਮ ਤੋਂ ਘਰ ਵਾਪਸ ਆਉਂਦਿਆਂ ਰਸਤੇ ਦੇ ਵਿੱਚ ਰਗਵੀਰ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਸ ਹਾਦਸੇ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਹੋਰ ਇਕੱਠੀ ਕੀਤੀ ਜਾ ਸਕੇ। ਪਰਿਵਾਰ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੈ ਤੇ ਉਹ ਲਗਾਤਾਰ ਇਹੀ ਮੰਗ ਕਰ ਰਹੇ ਹਨ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ। ਓਨਟਾਰੀਓ ਦੇ ਵਿੱਚ ਅੱਜ 2000 ਤੋਂ ਘੱਟ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਨਾਲ ਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿਸ ਪ੍ਰੋਵਿੰਸ ਤੋਂ ਕਿੰਨੇ ਮਾਮਲੇ ਸਾਹਮਣੇ ਆਏ ਹਨ। ਕੈਨੇਡਾ ਦੇ ਵਿੱਚ ਇਸ ਸਮੇਂ ਕੇਸਿਸ ਓਵਰਵਿਊ ਕੀ ਹੈ, ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। 24 ਘੰਟਿਆਂ ਦੌਰਾਨ ਓਨਟਾਰੀਓ ਦੇ ਵਿੱਚ 2000 ਤੋਂ ਘੱਟ ਮਾਮਲੇ ਰਿਪੋਰਟ ਕੀਤੇ ਗਏ ਹਨ। 43 ਲੋਕਾਂ ਦੀ ਇੱਥੇ ਇਸ ਵਾਇਰਸ ਕਾਰਨ 24 ਘੰਟਿਆਂ ਦੌਰਾਨ ਮੌਤ ਹੋਈ ਹੈ। ਓਨਟਾਰੀਓ ਤੋਂ 1958 ਮਾਮਲੇ ਸਾਹਮਣੇ ਆਏ। ਟੋਰਾਂਟੋ ਚੋਂ 727, ਪੀਲ ਰੀਜਨ ਚੋਂ 365, ਯਾਰਕ ਰੀਜਨ ਚੋਂ 157 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਸਮੇਂ ਪ੍ਰੋਵਿੰਸ ਦੇ ਵਿੱਚ 23,620 ਐਕਟਿਵ ਕੇਸ ਹਨ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1,398 ਹੈ, ਜਿਨ੍ਹਾਂ ਵਿੱਚੋਂ 397 ਇੰਟੈਂਸਿਵ ਕੇਅਰ ਅਧੀਨ ਹਨ ਅਤੇ 283 ਪੇਸ਼ੈਂਟਸ ICU ਦੇ ਵਿੱਚ ਵੈਂਟੀਲੇਟਰ ਦੇ ਉੱਪਰ ਨੇ। 24 ਘੰਟਿਆਂ ਦੌਰਾਨ 35,968 ਕੋਵਿਡ-19 ਦੇ ਟੈਸਟ ਕੀਤੇ ਗਏ। ਕਿਊਬੈਕ ਦੇ ਵਿੱਚ 1,203 ਕੋਰੋਨਾ ਵਾਇਰਸ ਦੇ ਮਾਮਲੇ ਰਿਕਾਰਡ ਹੋਏ ਅਤੇ 43 ਮੌਤਾਂ ਵੀ ਦਰਜ ਕੀਤੀਆਂ ਗਈਆਂ।
ਪ੍ਰੋਵਿੰਸ ਦੇ ਵਿੱਚ ਹੁਣ ਤੱਕ 2,54,836 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹਨਾਂ ਵਿੱਚੋਂ 2,28,000 ਦੇ ਕਰੀਬ ਮਾਮਲੇ ਠੀਕ ਹੋ ਚੁੱਕੇ ਨੇ, ਜਾਣੀ ਕਿ ਰਿਕਵਰਡ ਕੇਸਿਸ ਨੇ। ਹੁਣ ਤੱਕ ਮੌਤਾਂ ਦਾ ਅੰਕੜਾ 9,521 ਹੈ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1,321 ਹੈ। ਇਹਨਾਂ ਮਰੀਜ਼ਾਂ ਦੇ ਵਿੱਚੋਂ 217 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਦੇ ਵਿੱਚ ਕੋਰੋਨਾ ਵਾਇਰਸ ਦੇ 113 ਮਾਮਲੇ ਪਾਏ ਗਏ। ਪ੍ਰੋਵਿੰਸ ਦੇ ਵਿੱਚ 3,542 ਇਸ ਸਮੇਂ ਐਕਟਿਵ ਕੇਸ ਹਨ। ਇੱਥੇ 24,464 ਰਿਕਵਰਡ ਕੇਸਿਸ ਹਨ। ਇਸ ਸਮੇਂ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 145 ਹੈ। ਹੁਣ ਤੱਕ ਕੈਨੇਡਾ ਤੋਂ 7,51,000 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ। 19,187 ਦੇ ਕਰੀਬ ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ ਨੇ। 6,69,000 ਦੇ ਕਰੀਬ ਇੱਥੇ ਰਿਕਵਰਡ ਕੇਸਿਸ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਰਮੇਸ਼ ਸੰਘਾ ਨਹੀਂ ਰਹੇ ਲਿਬਰਲ ਕਾਕਸ ਦਾ ਹਿੱਸਾ, ਸੰਘਾ ਨੂੰ ਦਿਖਾਇਆ ਬਾਹਰ ਦਾ ਰਸਤਾ। ਕੈਨੇਡਾ ਆਉਣ ਵਾਲਿਆਂ ਦੇ ਲਈ 2021 ਹੈ ਖਾਸ, ਸੁਣੋ ਕੀ ਕਿਹਾ ਇਮੀਗ੍ਰੇਸ਼ਨ ਮੰਤਰੀ ਨੇ। ਓਨਟਾਰੀਓ ਦੇ ਵਿੱਚ ਕੋਰੋਨਾ ਕਾਰਨ ਫਿਰ ਸਖਤੀ, 14 ਹੋਰ ਦਿਨਾਂ ਦੇ ਲਈ ਸਟੇ ਐਟ ਹੋਮ ਦੇ ਨਿਯਮ ਲਾਗੂ। ਇੱਕ ਗੋਲੀ ਕਰੇਗੀ ਕੋਰੋਨਾ ਦਾ ਖਾਤਮਾ, ਕਿਬੈਕ ਦੇ ਪ੍ਰੀਮੀਅਰ ਨੇ ਦਿੱਤੀ ਜਾਣਕਾਰੀ। ਬਾਈਡਨ ਨੇ ਉਡਾਨਾਂ ਦੇ ਬਾਰੇ ਲਿਆ ਫੈਸਲਾ, ਲਗਾਈ ਅਮਰੀਕਾ ਆਉਣ ਵਾਲੀਆਂ ਉਡਾਨਾਂ ਦੇ ਉੱਪਰ ਰੋਕ। 9 ਸਾਲ ਦੀ ਬੱਚੀ ਨੇ ਡਾਂਸ ਕਲਾਸ ਖੋਲ੍ਹਣ ਦੀ ਕੀਤੀ ਮੰਗ, ਵੀਡੀਓ ਮਿੰਟਾਂ ਦੇ ਵਿੱਚ ਹੋਈ ਵਾਇਰਲ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।